ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਵਾਬ। ਜਿਹੜਾ ਕੱਲ ਇਜਲਾਸ ਹੋਣਾ ਹੈ, ਬਣਿਆ ਬਣਾਇਆ ਫੈਸਲਾ ਨਾਲ ਲੈ ਜਾਣਗੇ ਪ੍ਰਧਾਨ ਸਾਹਿਬ ਐਸਜੀਪੀਸੀ ਦੇ ਤੇ ਉੱਥੇ ਜਾ ਕੇ ਸੁਣਾ ਦੇਣ। ਪਹਿਲੀਆਂ ਸਰਕਾਰਾਂ ਕਲੇਮ ਨਹੀਂ ਸੀ ਕਰਦੇ, ਮੁੱਖ ਮੰਤਰੀ ਕਲੇਮ ਨਹੀਂ ਸੀ ਕਰਦੇ, ਬਗਾਨਿਆਂ ਦੇ ਘਰਾਂ ਦੀ ਜਾਣਕਾਰੀ ਹੁੰਦੀ, ਬਗਾਨੀਆਂ ਪਾਰਟੀਆਂ ਦੇ ਵਿੱਚ ਕੀ ਕੁਝ ਹੋ ਰਿਹਾ ਸਭ ਕੁਝ ਜਾਣਕਾਰੀ ਹੁੰਦੀ। ਪਰ ਮੁੱਖ ਮੰਤਰੀ ਸਾਹਿਬ ਨੇ ਟਵੀਟ ਜਾਰੀ ਕਰਕੇ ਸਾਬਤ ਕਰ ਦਿੱਤਾ ਹੈਗਾ ਕਿ ਸਾਡੀ ਇੰਟੈਲੀਜੈਂਸ ਹੈ ਤੁਹਾਡੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਸਰਕਾਰ ਦੂਜਿਆਂ ਦੇ ਘਰਾਂ ਤੇ ਸੂਆਂ ਰੱਖ ਰਹੀ ਹੈ, ਰਾਖੀ ਰੱਖ ਰਹੀ ਹੈ। ਹੁੰਦੇ ਨੇ ਕੰਧਾਂ ਦੇ ਕੰਨ ਵੀ ਦੇ, ਇਹ ਸਰਕਾਰ ਉਸ ਲੈਵਲ ਤੇ ਜਾ ਕੇ ਕੰਮ ਕਰ ਰਹੀ ਹੈ। ਔਰ ਅਕਾਲੀ ਦਲ ਤੋਂ ਜਿੰਨੀ ਕੀ ਲੋਕਾਂ ਨੂੰ ਨਫ਼ਰਤ ਘਟੀ, ਉਨੀ ਕੀ ਭਗਵੰਤ ਮਾਨ ਸਾਹਿਬ ਅਜਿਹੀ ਸਟੇਟਮੈਂਟ ਦੇ ਦਿੰਦੇ ਨੇ, ਨਫ਼ਰਤ ਫਿਰ ਉੱਥੇ ਹੀ ਆ ਜਾਂਦੀ ਹੈ। ਜੇ 10% ਘਟੀ ਹੈ 20% ਵੱਧ ਜਾਂਦੀ ਹੈ। ਦਾੜੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ, ਜਿੰਨੀ ਕੀ ਲੋਕ ਨਫ਼ਰਤ ਘਟਾਉਂਦੇ ਨੇ ਅਕਾਲੀ ਦਲ ਨਾਲ, ਉਨੀ ਉਹ ਭਗਵੰਤ ਮਾਨ ਸਾਹਿਬ ਵਧਾ ਦਿੰਦੇ। ਤੇ ਅੱਜ ਉਹਨਾਂ ਨੇ ਇੱਕ ਫਰੇਮ ਸੈੱਟ ਕਰ ਦਿੱਤਾ ਹੈਗਾ। ਤੁਸੀਂ ਉਹਨਾਂ ਤੇ ਪੱਕੀ ਮੋਹਰ ਲਾ ਦਿੱਤੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੱਲ ਫੈਸਲਾ ਲੈਣਗੇ, ਉਹ ਲਿਖਿਆ ਲਿਖਾਇਆ ਕਿਹਨਾਂ ਦਾ ਹੈਗਾ? ਸ਼੍ਰੋਮਣੀ ਅਕਾਲੀ ਦਲ ਦਾ। ਤੁਸੀਂ ਅਕਾਲੀ ਦਲ ਦੇ ਦਫ਼ਤਰ ਬੁਲਾਇਆ ਗਿਆ ਤੇ ਤੁਹਾਨੂੰ ਲੋਕਾਂ ਨੂੰ ਜਾਂ ਸੀਐਮ ਸਾਹਿਬ ਨੂੰ ਪਤਾ ਲੱਗ ਗਿਆ, ਤੁਹਾਡੀ ਨੀਅਤ ਤੇ ਸ਼ੱਕ ਹੋ ਗਿਆ। ਕੱਲ ਜੋ ਰੈਜੂਲੇਸ਼ਨ ਪਾਸ ਹੋਣਗੇ ਤੇ ਸੀਐਮ ਸਾਹਿਬ ਪਹਿਲਾਂ ਹੀ ਕਹਿੰਦੇ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਪੰਜਾਬ ਸਰਕਾਰ ਸਿੱਖ ਕੌਮ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੀ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਅਸੀਂ ਅਸੈਂਬਲੀ ਨੇ ਬਿੱਲ ਪਾਸ ਕੀਤਾ, ਸਾਨੂੰ ਕਦਾਚਿਤ ਮਨਜ਼ੂਰ ਨਹੀਂ ਆ। ਜੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾ ਵੀ ਟਵੀਟ ਕਰਦੇ, ਸਾਰੀ ਦੁਨੀਆ ਨੂੰ ਪਤਾ ਸੀ ਕਿ ਕੱਲ ਕਿਹੜੇ ਰੈਜੂਲੇਸ਼ਨ ਪਾਸ ਹੋਣੇ। ਲੇਕਿਨ ਇੱਕ ਹਊਆ ਜਿਹਾ ਜਿਹੜਾ ਸਰਕਾਰ ਨੇ ਖੜਾ ਕੀਤਾ ਹੈਗਾ, ਉਹ 4 ਦਿਨ ਦੀ ਖੇਡ ਆ, 5ਵੇਂ ਦਿਨ ਲੋਕਾਂ ਨੇ ਚੇਤਾ ਭੁੱਲ ਜਾਣਾ। ਅੱਜ ਦੇ ਦਿਨ 1975 ਚ ਕਈ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੋਰਚੇ ਵੀ ਬੜੇ ਲੱਗੇ ਤੇ ਐਮਰਜੈਂਸੀ ਲੱਗ ਗਈ। ਅੱਜ ਦੇ ਦਿਨ ਦੇ ਵਿੱਚ ਕਿਸ ਕਿਸ ਦੀ ਕੀ ਭੂਮਿਕਾ ਬਣਦੀ ਹੈ, ਅੱਜ ਦੇ ਸਿਨੈਰੀਓ ਨੂੰ ਕਿਵੇਂ ਜੋੜਿਆ ਜਾਵੇ? ਸੰਦੀਪ, ਮੈਨੂੰ ਲੱਗਦਾ ਹੈ ਕਿ 75 ਸਾਲ ਹੋ ਗਏ ਆਜ਼ਾਦੀ ਨੂੰ, ਉਹ ਵੀ ਸਾਨੂੰ ਕਾਗਜ਼ਾਂ 'ਚ ਆਜ਼ਾਦੀ ਮਿਲੀ ਹੈ। ਜਿਹੜੀ 48 ਸਾਲ ਹੋ ਗਏ ਨੇ, 1975 ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ। ਉਦੋਂ ਜਿਹੜੀ ਐਮਰਜੈਂਸੀ ਸੀ ਉਹ ਡਿਕਲੇਅਰਡ ਐਮਰਜੈਂਸੀ ਸੀ, ਕਾਨੂੰਨ ਦੇ ਸਹਾਰੇ ਨਾਲ ਪਾਸ ਕੀਤੀ ਗਈ ਐਮਰਜੈਂਸੀ। ਅੱਜ ਦੇਸ਼ ਦੇ ਵਿੱਚ ਵੀ ਤੇ ਸਟੇਟਾਂ ਦੇ ਵਿੱਚ ਵੀ ਅਨਡਿਕਲੇਅਰਡ ਐਮਰਜੈਂਸੀ ਹੈ। ਮੀਡੀਆ ਤੇ ਵੀ ਅਨਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਹੈ ਜੀ। ਜਿਹੜੀ ਐਮਰਜੈਂਸੀ ਅੱਜ 48 ਸਾਲ ਹੋ ਗਏ ਨੇ, ਕੀ ਸਾਨੂੰ ਮਿਲਿਆ ਹੈਗਾ? ਇੰਦਰਾ ਗਾਂਧੀ ਨੇ ਤਾਂ ਮੰਨਿਆ ਕਿ ਉਹਨਾਂ ਨੇ ਜੋ ਕਰਨਾ ਸੀ ਕਾਨੂੰਨੀ ਤੌਰ ਤੇ ਕਰਤਾ। ਕੀ ਇੰਡੀਆ ਦੇ ਵਿੱਚ ਐਮਰਜੈਂਸੀ ਅੱਜ ਨਹੀਂ ਲੱਗੀ ਹੈਗੀ? ਜਿਹੜੇ ਅੱਜ ਕੱਲ ਬੀਜੇਪੀ ਦੇ ਨਾਡੂ ਖਾਂ ਬਣੇ ਪਏ ਨੇ, ਉਹ ਵੀ ਇੰਦਰਾ ਗਾਂਧੀ ਦੇ ਅੱਗੇ ਗੋਡੇ ਟੇਕ ਗਏ ਸੀ, ਸਰੈਂਡਰ ਕਰ ਚੁੱਕੇ ਹੈਗੇ ਸੀ ਵੱਡੇ ਵੱਡੇ ਲੀਡਰ। ਲੇਕਿਨ ਇੱਕੋ ਇੱਕ ਦੇਸ਼ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਗੋਡੇ ਨਹੀਂ ਟੇਕਿਆ ਕਿ ਐਮਰਜੈਂਸੀ ਦਾ ਵਿਰੋਧ ਕੀਤਾ ਹੈਗਾ। ਉਸ ਸਮੇਂ ਇੰਦਰਾ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਨਾ ਵਿਰੋਧ ਕਰੋ, ਪੰਜਾਬ ਤੁਹਾਡਾ, ਤੁਸੀਂ ਰਾਜ ਕਰੋ, ਜੋ ਮਰਜ਼ੀ ਸਮਝੌਤਾ। ਜਿਹੜਾ ਅਕਾਲੀ ਦਲ ਆ ਉਹ ਸਿੱਖ ਫਲਸਫੇ ਤੇ ਚੱਲਦਾ ਰਿਹਾ ਕਿ ਨਾ ਅਸੀਂ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ। ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਨੇ ਕਦੀ ਆਪਣੇ ਆਪ ਨੂੰ ਦੱਸਿਆ ਨਹੀਂ, ਲੋਕਾਂ ਤੱਕ ਪਹੁੰਚਾਇਆ ਨਹੀਂ ਕਿ ਅਕਾਲੀ ਦਲ ਦੀ ਕਿੰਨੀ ਵੱਡੀ ਦੇਣ ਆ। ਆਰਟੀਕਲ ਲਿਖੇ ਗਏ ਨੇ, ਮੈਂ ਮਰਾਂ ਤੇ ਪੰਥ ਜੀਵੇ ਨਾ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ, ਕਾਲੇ ਦਿਨ, ਕਿ ਅਕਾਲੀ ਦਲ ਇੱਕੋ ਇੱਕ ਦੇਸ਼ ਦੀ ਪਾਰਟੀ ਆ ਜਿਨ੍ਹਾਂ ਨੇ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ। ਕਿਸੇ ਨੇ ਨਹੀਂ ਜ਼ਿਕਰ ਕੀਤਾ ਕਿ ਇਸ ਐਮਰਜੈਂਸੀ ਦਾ ਜੇ ਵਿਰੋਧ ਹੋਇਆ ਵਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਕਲੇਮ ਨਹੀਂ ਕੀਤਾ ਹੈਗਾ। ਤੇ ਮੈਨੂੰ ਲੱਗਦਾ ਕਿ ਫਿਰ ਇਸੇ ਕਰਕੇ ਤੇ ਅਕਾਲੀ ਦਲ ਦੇ ਮਾੜੇ ਹਾਲ ਨੇ। ਜਿਹੜਾ ਐਮਰਜੈਂਸੀ ਦੇ ਵਿੱਚ ਵੱਡਾ ਰੋਲ ਪਾਇਆ, ਜਦ ਤੁਸੀਂ ਖੁਦ ਹੀ ਆਪਣੇ ਆਪ ਨੂੰ ਆਊਟ ਕਰ ਲਿਆ, ਮਨਫੀ ਕਰ ਲਿਆ ਹੈਗਾ, ਤੇ ਆਉਣ ਵਾਲੇ ਜਿਹੜੇ ਪੰਜਾਬ ਦੀ ਪੀੜ੍ਹੀ ਜਾਂ ਅਕਾਲੀ ਦਲ ਦੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਉਹ ਤੁਹਾਡੇ ਤੇ ਕੀ ਮਾਣ ਕਰੇਗੀ? ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਵਾਬ, ਇਸ ਦੇ ਉੱਤੇ ਵੀ ਗੱਲ ਕਰਾਂਗੇ। ਨਾਲ ਗੱਲ ਕਰਾਂਗੇ ਕਿ ਉਹ ਕਾਲਾ ਦੌਰ 1975 ਦੀ ਐਮਰਜੈਂਸੀ, ਜਿਸ ਦੇ ਵਿੱਚ ਅਕਾਲੀ ਦਲ ਦਾ ਵੀ ਇਤਿਹਾਸ ਸਿੱਧੇ ਤੌਰ ਤੇ ਜੁੜਿਆ, ਗ੍ਰਿਫਤਾਰੀਆਂ ਹੁੰਦੀਆਂ ਨੇ, ਉਸ ਦੇ ਦਿਨ ਅੱਜ ਕਿਹੜੀ ਭੂਮਿਕਾ ਬਣਦੀ ਸੀ, ਨਿਭਾਈ ਗਈ ਜਾਂ ਨਹੀਂ ਨਿਭਾਈ ਗਈ, ਕਿਵੇਂ ਯਾਦ ਕੀਤੇ ਜਾਣਾ ਚਾਹੀਦਾ, ਇਸ ਤੇ ਵੀ ਗੱਲ ਹੋਵੇਗੀ। ਨਾਲ ਹੀ ਗੱਲ ਕਰਾਂਗੇ, ਕਈ ਲੋਕਾਂ ਨੇ ਹੁਣ SC ST ਸਰਟੀਫਿਕੇਟ ਜਾਲੀ ਬਣਵਾਉਣ ਤੋਂ ਬਾਅਦ ਹੋਰ ਹੱਦ ਕਰ ਦਿੱਤੀ ਹੈ। ਅੰਗਹੀਣਾਂ ਦੇ ਵੀ ਜਾਲੀ ਸਰਟੀਫਿਕੇਟ ਬਣਾ ਕੇ ਲਾਭ ਲੈਣ ਦੀਆਂ ਗੱਲਾਂ ਹੋ ਗਈਆਂ ਨੇ। ਇਸ ਦੇ ਉੱਤੇ ਵੀ ਸਰਕਾਰ ਹੁਣ ਐਕਸ਼ਨ ਲਵੇਗੀ, ਸ਼ਿਕਾਇਤਾਂ ਪੁੱਜਣ ਲੱਗੀਆਂ ਨੇ। ਇਸ ਦੇ ਉੱਤੇ ਵੀ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਸਿਆਸਤ ਹੁਣ ਨਿੱਕੀ ਨਿੱਕੀ ਗੱਲ ਤੋਂ ਲੈ ਕੇ ਵੱਡੇ ਵੱਡੇ ਮੁੱਦਿਆਂ ਤੱਕ ਹੁੰਦੀ ਰਹੀ ਹੈ, ਪਰ ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਹੋ ਰਹੀ ਹੈ। ਖਾਸ ਕਰਕੇ ਕਿਹੜੇ ਦਫ਼ਤਰ 'ਚ ਕੀ ਚੱਲ ਰਿਹਾ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਆਉਂਦਾ ਕਿ ਅਕਾਲੀ ਦਲ ਦੇ ਦਫ਼ਤਰ 'ਚ ਇਹ ਲੋਕ ਇਕੱਠੇ ਹੋਏ ਨੇ ਤੇ ਉੱਥੇ ਜਿਹੜਾ ਕੱਲ ਇਜਲਾਸ ਹੋਣਾ ਹੈ, ਬਣਿਆ ਬਣਾਇਆ ਫੈਸਲਾ ਨਾਲ ਲੈ ਜਾਣਗੇ ਪ੍ਰਧਾਨ ਸਾਹਿਬ ਐਸਜੀਪੀਸੀ ਦੇ ਤੇ ਉੱਥੇ ਜਾ ਕੇ ਸੁਣਾ ਦੇਣਗੇ।
ਦੇਖੋ ਇੱਕ ਗੱਲ ਸਪਸ਼ਟ ਹੋ ਗਈ, ਵੈਸੇ ਤੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਉਹਦੇ ਕੋਲ ਪਲ ਪਲ ਦੀ ਜਾਣਕਾਰੀ ਆਉਂਦੀ ਆ, ਇੰਟੈਲੀਜੈਂਸ ਮਹਿਕਮਾ ਦੱਸ ਦਿੰਦਾ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਇਹ ਪਹਿਲੇ ਨੇ ਭਗਵੰਤ ਮਾਨ ਜਿਹੜੇ ਸੂਹਾਂ ਤੇ ਸਾਰੇ ਰੱਖਦੇ ਨੇ, ਕਿਉਂਕਿ ਉੱਥੇ ਇੰਟੈਲੀਜੈਂਸ ਤੁਰੀ ਫਿਰਦੀ ਆ ਬਗਾਨਿਆਂ ਦੇ ਘਰਾਂ ਵਿੱਚ ਕੀ ਹੋ ਰਿਹਾ, ਬਗਾਨਿਆਂ ਦੇ ਘਰਾਂ ਦੇ ਇਨ ਸੈਂਸ ਬਗਾਨੀਆਂ ਪਾਰਟੀਆਂ 'ਚ ਕੀ ਹੋ ਰਿਹਾ, ਤੇ ਉਹ ਕਲੇਮ ਨਹੀਂ ਸੀ ਕਰਦੇ। ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਕਲੇਮ ਵੀ ਕਰ ਗਿਆ ਹੈਗੇ ਕਿ ਅੱਜ ਅਕਾਲੀ ਦਲ ਦੇ ਦਫ਼ਤਰ 'ਚ ਮੀਟਿੰਗ ਹੋ ਰਹੀ ਆ, ਉਹਦੇ 'ਚ ਆਹ ਲੀਡਰ ਨੇ ਤੇ ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਆ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਵੀ ਮੈਂਬਰ ਹੁੰਦਾ, ਔਰ ਉਹ ਜਿੰਨੀਆਂ ਵੀ ਕੋਰ ਕਮੇਟੀ ਦੀਆਂ ਮੀਟਿੰਗ ਹੁੰਦੀਆਂ ਅਕਾਲੀ ਦਲ ਉਹਦੇ 'ਚ ਬਤੌਰ ਉਹਨਾਂ ਨੂੰ ਕੋਰ ਕਮੇਟੀ ਮੈਂਬਰ ਦੇ ਤੌਰ ਤੇ ਹਾਜ਼ਰ ਹੋਣਾ ਪੈਂਦਾ ਹੈਗਾ। ਔਰ ਹੁਣ ਪੰਜਾਬ ਸਰਕਾਰ ਤੇ ਦੋਸ਼ ਲੱਗ ਜਾਣਗੇ, ਸ਼੍ਰੋਮਣੀ ਅਕਾਲੀ ਦਲ ਵੀ ਕਹੂਗਾ, ਬਾਕੀ ਪਾਰਟੀਆਂ ਵੀ ਕਹਿਣਗੀਆਂ ਕਿ ਸਰਕਾਰ ਦੂਜਿਆਂ ਦੇ ਘਰਾਂ ਤੇ ਉਹ ਰੱਖ ਰਹੀ ਆ, ਸੂਆਂ ਰੱਖ ਰਹੀ ਆ, ਰਾਖੀ ਰੱਖ ਰਹੀ ਆ, ਕੰਧਾਂ ਦੇ ਕੰਨ ਸੁਣਦੇ ਨੇ, ਕੰਧਾਂ ਦੇ ਕੰਨ ਵੀ ਦੇ, ਤੇ ਸਰਕਾਰ ਉਸ ਲੈਵਲ ਤੇ ਜਾ ਕੇ ਕੰਮ ਕਰੀ ਆ। ਪਹਿਲੀਆਂ ਸਰਕਾਰਾਂ ਕਲੇਮ ਨਹੀਂ ਸੀ ਕਰਦੇ, ਮੁੱਖ ਮੰਤਰੀ ਕਲੇਮ ਨਹੀਂ ਸੀ ਕਰਦੇ, ਬਗਾਨਿਆਂ ਦੇ ਘਰਾਂ ਦੀ ਜਾਣਕਾਰੀ ਹੁੰਦੀ, ਬਗਾਨੀਆਂ ਪਾਰਟੀਆਂ ਦੇ ਵਿੱਚ ਕੀ ਕੁਝ ਹੋ ਰਿਹਾ ਸਭ ਕੁਝ ਜਾਣਕਾਰੀ ਹੁੰਦੀ। ਪਰ ਮੁੱਖ ਮੰਤਰੀ ਸਾਹਿਬ ਨੇ ਟਵੀਟ ਜਾਰੀ ਕਰਕੇ ਸਾਬਤ ਕਰ ਦਿੱਤਾ ਹੈਗਾ ਕਿ ਸਾਡੀ ਇੰਟੈਲੀਜੈਂਸ ਹੈ ਤੁਹਾਡੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ, ਜੋ ਡੈਮੋਕ੍ਰੈਟਿਕ ਸਿਸਟਮ ਦਾ ਕਹਿ ਸਕਦੇ ਉਲੰਘਣਾ ਵੀ ਹੈਗੀ ਆ। ਸੂਹ ਹੋਣੀ ਚਾਹੀਦੀ ਆ, ਬਾਰਡਰ ਸਟੇਟ ਆ ਔਰ ਸਾਰੀਆਂ ਸਰਕਾਰਾਂ ਰੱਖਦੀਆਂ ਇੱਕ ਦੂਜੇ ਦੇ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ, ਕਿਹੜਾ ਬੰਦਾ ਅੱਜ ਪਾਰਟੀ ਨਾਲ ਨਾਰਾਜ਼ ਆ ਨਹੀਂ ਨਾਰਾਜ਼ ਹੈਗਾ, ਹੁੰਦੀ ਆ ਸੈਂਟਰ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ, ਪਰ ਉਹ ਕਲੇਮ ਨਹੀਂ ਕੀਤਾ ਜਾਂਦਾ। ਹੁਣ ਇੱਥੋਂ ਸਾਬਤ ਹੋ ਗਿਆ ਕਿ ਅੱਜ ਤੋਂ ਬਾਅਦ ਜਿਹੜੀਆਂ ਪਾਰਟੀਆਂ, ਚਾਹੇ ਉਹ ਬੀਜੇਪੀ ਦੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਪਾਰਟੀ, ਜਿੱਥੇ ਵੀ ਹੁਣ ਰਿਪੋਰਟ ਰੱਖਣਗੇ ਮੀਟਿੰਗ ਬੜੀਆਂ ਖੁਫੀਆ ਤੌਰ ਤੇ ਰੱਖਣਗੇ। ਹਾਲਾਂਕਿ ਉੱਥੇ ਵੀ ਜਾਣਕਾਰੀ ਮਿਲਿਆ ਕਰੂਗੀ, ਕਿਉਂਕਿ ਇੰਟੈਲੀਜੈਂਸ ਦਾ ਕੰਮ ਹੀ ਹੈ, ਸੈਂਟਰ ਦੀ ਇੰਟੈਲੀਜੈਂਸ ਆ, ਫਿਰ ਪੰਜਾਬ ਦੀ ਇੰਟੈਲੀਜੈਂਸ ਆ, ਉਹ ਹੁੰਦਾ ਰਹਿੰਦਾ ਹੈਗਾ। ਪਰ ਕਲੇਮ ਜਿਹੜਾ ਕੀਤਾ ਹੈਗਾ, ਮੈਨੂੰ ਲੱਗਦਾ ਇਸ ਮਸਲੇ ਤੋਂ ਮੁੱਖ ਮੰਤਰੀ ਸਾਹਿਬ ਨੂੰ ਟਵੀਟ ਜਾਰੀ ਕਰਨ ਦੀ ਲੋੜ ਨਹੀਂ ਸੀ, ਪਰ ਉਹਨਾਂ ਨੂੰ ਸੂਟ ਕਰ ਰਿਹਾ। ਇਸ ਟਾਈਮ ਲੋਕ ਪੰਜਾਬ ਦੇ ਸੁਣ ਰਹੇ ਨੇ ਗੱਲਾਂ, ਔਰ ਅਕਾਲੀ ਦਲ ਤੋਂ ਜਿੰਨੀ ਕਿ ਲੋਕਾਂ ਨੂੰ ਨਫ਼ਰਤ ਘਟੀ, ਉਨੀ ਕਿ ਭਗਵੰਤ ਮਾਨ ਸਾਹਿਬ ਅਜਿਹੀ ਸਟੇਟਮੈਂਟ ਦੇ ਦਿੰਦੇ ਨੇ, ਨਫ਼ਰਤ ਫਿਰ ਉੱਥੇ ਹੀ ਆ ਜਾਂਦੀ ਹੈ। ਜੇ 10% ਘਟੀ ਆ 20% ਵੱਧ ਜਾਂਦੀ ਹੈ। ਚਾਹੇ ਉਹਨਾਂ ਨੇ ਗੁਰਬਾਣੀ ਵਾਲੇ ਮਸਲੇ ਦੇ ਵਿੱਚ PTC ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਟਾਰਗੇਟ ਕੀਤੇ ਨੇ, ਚਾਹੇ ਵਿਧਾਨ ਸਭਾ ਦੇ ਵਿੱਚ ਦਾੜੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ। ਜਿੰਨੀ ਕਿ ਲੋਕ ਨਫ਼ਰਤ ਘਟਾਉਂਦੇ ਨੇ ਅਕਾਲੀ ਦਲ ਨਾਲ, ਉਨੀ ਉਹ ਭਗਵੰਤ ਮਾਨ ਸਾਹਿਬ ਵਧਾ ਦਿੰਦੇ। ਤੇ ਅੱਜ ਉਹਨਾਂ ਨੇ ਇੱਕ ਫਰੇਮ ਸੈੱਟ ਕਰ ਦਿੱਤਾ ਹੈਗਾ ਕਿ ਜਿਹੜਾ ਕੱਲ ਸਪੈਸ਼ਲ ਇਜਲਾਸ ਬੁਲਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਨਾਂ ਨੇ ਕਹਿ ਦਿੱਤਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਉਹ ਜਿਹੜੇ ਅੱਜ 6 ਜਾਣੇ ਇਕੱਠੇ ਹੋਏ ਨੇ ਉਹਨਾਂ ਨੇ ਲਿਖ ਕੇ ਦੇ ਦੇਣਾ ਰੈਜੂਲੇਸ਼ਨ, ਉੱਥੇ ਜਾ ਕੇ ਧਾਮੀ ਸਾਹਿਬ ਪੜ੍ਹ ਦੇਣਗੇ। ਇੱਕ ਮੀਨ ਕਿ ਤੁਸੀਂ ਉਹਨਾਂ ਤੇ ਪੱਕੀ ਮੋਹਰ ਲਾ ਦਿੱਤੀ ਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੱਲ ਫੈਸਲਾ ਲੈਣਗੇ, ਉਹ ਲਿਖਿਆ ਲਿਖਾਇਆ ਕਿਹਨਾਂ ਦਾ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਕੌਣ ਚਲਾ ਰਿਹਾ, ਸੁਖਬੀਰ ਸਿੰਘ ਬਾਦਲ। ਜਿਹੜੇ ਅੱਜ ਉਹਨਾਂ ਲੀਡਰਾਂ ਦੇ ਨਾਮ ਲਏ ਨੇ, ਤੇ ਲਾਜ਼ਮੀ ਤੌਰ ਤੇ ਚਾਹੇ ਸੁਖਬੀਰ ਸਿੰਘ ਬਾਦਲ ਇਸ ਟਾਈਮ ਕਿਸੇ ਵਿਦੇਸ਼ ਦੇ ਵਿੱਚ ਨੇ, ਤੇ ਟੈਲੀਫੋਨ ਤੇ ਹੈ ਹੀ ਆ, ਤੇ ਟੈਲੀਫੋਨ ਤੇ ਗੱਲ ਕਰਕੇ ਸੁਨੇਹਾ ਮਿਲ ਗਿਆ ਹੋਊਗਾ। ਤੇ ਇਹ ਮੀਟਿੰਗ, ਪਹਿਲੀ ਗੱਲ ਹੈ ਕਿ ਇਹ ਮੀਟਿੰਗ ਅਕਾਲੀ ਦਲ ਨੂੰ ਬੁਲਾਉਣ ਦੀ ਅੱਜ ਲੋੜ ਨਹੀਂ ਸੀ। ਉਹਨਾਂ ਨੂੰ ਇਹ ਸਵਾਲ ਵੀ ਆਪਾਂ ਕੀਤਾ, ਕਹਿੰਦੇ ਮੀਟਿੰਗ ਤੇ ਕੱਲ ਵੀ ਹੋਈ ਹੈ, ਮੀਟਿੰਗਾਂ ਤਾਂ ਲਗਾਤਾਰ ਹੁੰਦੀਆਂ। ਕਹਿੰਦੇ ਧਾਮੀ ਸਾਹਿਬ ਉਧਰ ਜਥੇਦਾਰ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਵਿੱਚ ਬੈਠਣਾ ਸੀ, ਉਹ ਥਾਪੇ ਗਏ ਨੇ ਜਥੇਦਾਰ ਨਵੇਂ ਜਿਹੜੇ, ਉੱਥੇ ਉਹ ਪ੍ਰੋਗਰਾਮ ਸੀ, ਸਾਡੇ ਨਾਲ ਹੀ ਆ ਗਏ, ਚਾਹ ਪੀ ਕੇ ਚਲੇ ਗਏ, ਸਾਡੀ ਤਾਂ ਕੋਈ ਗੱਲ ਵੀ ਨਹੀਂ ਹੋਈ ਉਸ ਤਰ੍ਹਾਂ ਦੀ, ਉਹ ਇਹ ਕਹਿੰਦੇ ਨਜ਼ਰ ਆ ਰਹੇ। ਜਿੰਨਾ ਕਿ ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਪੈਂਦਾ, ਉਹਨਾਂ ਕਿ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਵੀ ਪੈਂਦਾ, ਉਹ ਵਾਪਸ ਵੀ ਜਾ ਸਕਦੇ ਸੀ। ਤੇ ਜੇ ਡਾਕਟਰ ਦਲਜੀਤ ਸਿੰਘ ਚੀਮਾ ਹੋਣੀ ਜਾਂ ਹੋਰ ਸਿਆਣਪ ਦਿਖਾਉਂਦੇ ਤੇ ਆਨੰਦਪੁਰ ਸਾਹਿਬ ਵੀ ਮੀਟਿੰਗ ਹੋ ਸਕਦੀ ਸੀ ਨਾ। ਤੁਸੀਂ ਅਕਾਲੀ ਦਲ ਦੇ ਦਫ਼ਤਰ ਬੁਲਾਇਆ ਗਿਆ ਤੇ ਤੁਹਾਨੂੰ ਲੋਕਾਂ ਨੂੰ ਜਾਂ CM ਸਾਹਿਬ ਨੂੰ ਪਤਾ ਲੱਗ ਗਿਆ, ਤੁਹਾਡੀ ਨੀਅਤ ਤੇ ਸ਼ੱਕ ਹੋ ਗਿਆ। ਉਹ ਚੰਗਾ ਹੁੰਦਾ ਕਿ ਤੁਸੀਂ ਕਿਸੇ ਦੇ ਘਰ ਮੀਟਿੰਗ ਰੱਖ ਲੈਂਦੇ, ਸਰਕਾਰ ਨੂੰ ਸ਼ਾਇਦ ਨਾ ਪਤਾ ਲੱਗਦਾ। ਪਰ ਹੁਣ ਤੁਸੀਂ ਅਕਾਲੀ ਦਲ ਦੇ ਦਫ਼ਤਰ ਦੀਆਂ ਕਹਿੰਦੇ ਨੇ ਕੰਧਾਂ ਦੇ ਵੀ ਕੰਨ ਹੁੰਦੇ ਨੇ, ਤੇ ਜਿਹੜੇ ਪਾਰਟੀਆਂ ਦੇ ਦਫ਼ਤਰ ਹੁੰਦੇ ਲਾਜ਼ਮੀ ਤੌਰ ਤੇ ਉਹਨਾਂ ਦੇ ਕੰਧਾਂ ਦੇ ਕੰਨ ਹੁੰਦੇ ਨੇ। ਕਿਸੇ ਵੀ ਪਾਰਟੀ ਦੇ ਦਫ਼ਤਰ ਚੱਲ ਜਾਓ, ਸਰਕਾਰ ਨੂੰ ਪਲ ਪਲ ਦੀ ਜਾਣਕਾਰੀ ਮਿਲਦੀ ਹੈ। ਇਹਦਾ ਮਤਲਬ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ, ਉਹ ਜਾਂ ਤੇ ਕੋਰ ਕਮੇਟੀ ਮੀਟਿੰਗ ਹੁੰਦੀ ਤੇ ਉਹ ਚੰਗੇ ਆਉਂਦੇ ਸੀ ਅਤੇ ਚੰਗੇ ਜੱਚਦੇ ਸੀ, ਲੇਕਿਨ ਮੀਟਿੰਗ ਨਹੀਂ। ਮੀਟਿੰਗ ਕੌਣ ਬੁਲਾ ਰਹੇ, ਜਿਹਦੇ 'ਚ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਸਾਹਿਬ ਦਾ ਨਾਮ ਲਿਆ, ਡਾਕਟਰ ਦਲਜੀਤ ਸਿੰਘ ਚੀਮਾ ਦਾ ਲਿਆ ਗਾ, ਭੁੰਦੜ ਸਾਹਿਬ ਦਾ ਲਿਆ, ਗਾਬੜੀਆ ਸਾਹਿਬ ਦਾ ਲਿਆ। ਜਦੋਂ ਇਹ ਲੀਡਰ ਮੀਟਿੰਗ ਕਰ ਰਹੇ ਨੇ, ਇਟ ਮੀਨ ਹੈ ਕਿ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਜੋ ਕੁਝ ਹੋਏਗਾ ਇਜਲਾਸ ਦੇ ਵਿੱਚ, ਉਹਦੇ ਤੁਸੀਂ ਸਾਨੂੰ, ਇਹਨਾਂ ਨੇ ਅੱਜ ਉਹ ਪੜ੍ਹਾਤਾ ਹੋਣਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਾਹੀਦਾ ਹੈ, ਇਹ ਚੀਜ਼ ਤੋਂ ਪਾਸਾ ਰੱਖ ਸਕਦੇ ਸੀ, ਟਾਲ ਸਕਦੇ ਸੀ। ਤੁਸੀਂ ਜ਼ਰੂਰੀ ਮੀਟਿੰਗ ਕਰਨੀ, ਟੈਲੀਫੋਨ ਤੇ ਵੀ ਕਹੇ ਜਾ ਸਕਦੇ, ਪਰ ਕਿਉਂਕਿ ਇੱਕ ਮੈਸੇਜ ਤਾਂ ਹੈ ਹੀ ਹੈ ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਬਾਹਰ ਨਹੀਂ ਆ,
ਜੋ ਅਕਾਲੀ ਦਲ ਕਹੂਗਾ ਉਹੀ ਧਾਮੀ ਸਾਹਿਬ ਨੇ ਕਹਿਣਾ ਇਹ ਉਹ ਪੱਕੀ ਮੋਹਰ ਲੱਗ ਗਈ ਜਿਹੜਾ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਾਰੀ ਕੀਤਾ। ਔਰ ਤੁਸੀਂ ਅਨੰਦਪੁਰ ਸਾਹਿਬ ਆਏ ਕਿ ਲੈਣ ਜੇ ਇੰਨੀ ਡਿਸਕਸ਼ਨ ਕਰਨੀ ਸੀ ਅਨੰਦਪੁਰ ਸਾਹਿਬ ਵੀ ਹੋ ਸਕਦੀ ਸੀ, ਠੀਕ ਹੈ, ਲੇਕਿਨ ਉਹ ਕਿਤੇ ਨਾ ਕਿਤੇ ਹੋ ਸਕਦਾ ਨਾ ਕਿ ਉਹ ਖਾ ਗਏ, ਪਲਟਾ ਖਾ ਗਏ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਮੌਕਾ ਮਿਲ ਗਿਆ, ਉਹਨਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਨਾਲ ਹੀ ਠੁਕਾਈ ਕਰ ਦਿੱਤੀ ਹੈ, ਨਾਲ ਧਾਮੀ ਸਾਹਿਬ ਵੀ। ਔਰ ਕੱਲ੍ਹ ਜਦੋਂ ਰੈਜੂਲੇਸ਼ਨ ਪਾਸ ਹੋਣਗੇ ਤੇ ਸੀਐਮ ਸਾਹਿਬ ਪਹਿਲਾਂ ਹੀ ਕਹਿੰਦੇ, ਮੈਂ ਤਾਂ ਪਹਿਲਾਂ ਹੀ ਕਿਹਾ ਸਾਰੀ ਦੁਨੀਆ ਨੂੰ ਪਤਾ ਹੈ, ਜੇ ਮੁੱਖ ਮੰਤਰੀ ਅੱਜ ਨਾ ਵੀ ਕਹਿੰਦੇ ਸਾਰੀ ਦੁਨੀਆ ਨੂੰ ਪਤਾ ਸੀ ਉਹਦੇ 'ਚ ਕੀ ਲਾਈਨਾਂ ਲਿਖਣਾ ਸੀ ਕਿ ਪੰਜਾਬ ਸਰਕਾਰ ਸਿੱਖ ਕੌਮ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੀ ਆ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਅਸੀਂ ਅਸੈਂਬਲੀ ਨੇ ਬਿੱਲ ਪਾਸ ਕੀਤਾ ਸਾਨੂੰ ਕਦਾਚਿਤ ਮਨਜ਼ੂਰ ਨਹੀਂ ਆ ਔਰ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ, ਸਿੱਖ ਕੌਮ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ। ਮੁਗਲਾਂ ਦਾ ਹਵਾਲਾ ਦੇ ਦੇਣਗੇ, ਇੰਦਰਾ ਗਾਂਧੀ ਦਾ ਹਵਾਲਾ ਦੇ ਦੇਣਗੇ, ਸਾਰੇ ਹਵਾਲੇ ਦੇ ਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਤਾੜਨਾ ਕਰਦੇ ਨੇ। ਇਹ ਤੇ ਜੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾ ਵੀ ਟਵੀਟ ਕਰਦੇ ਸਾਰੀ ਦੁਨੀਆ ਨੂੰ ਪਤਾ ਸੀ ਕਿ ਕੱਲ੍ਹ ਕਿਹੜੇ ਰੈਜੂਲੇਸ਼ਨ ਪਾਸ ਹੋਣੇ, ਕਿਉਂਕਿ ਫਰੇਮ ਦੋਨੇ ਪਾਸੇ ਪੰਜਾਬ ਸਰਕਾਰ ਨੇ ਜੋ ਫਰੇਮ ਕੀਤਾ ਉਹ 20 ਤਰੀਕ ਨੂੰ ਪਤਾ ਲੱਗ ਗਿਆ, ਜੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਰੇਮ ਕੀਤਾ ਉਹ ਕੱਲ੍ਹ ਨੂੰ ਪਤਾ ਲੱਗਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਮਿਲ ਕੇ ਆਏ ਨੇ ਕਿ ਜਿਹੜਾ ਬਿੱਲ ਪਾਸ ਕੀਤਾ ਪੰਜਾਬ ਅਸੈਂਬਲੀ ਉਹ ਤੁਸੀਂ ਪਾਸ ਨਾ ਕਰਿਓ, ਬਿੱਲ ਪਾਸ ਹੋਣਾ ਵੀ ਨਹੀਂ ਆ, ਕਿਉਂਕਿ ਜਦ ਤੱਕ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੰਟਰੋਲ ਹਿਮਾਚਲ ਪ੍ਰਦੇਸ਼ ਦਾ ਔਰ ਚੰਡੀਗੜ੍ਹ ਦਾ ਹੈਗਾ, ਉਹ ਇੱਕ ਇੰਟਰਸਟੇਟ ਬਾਡੀ ਆ। ਇੰਟਰਸਟੇਟ ਜਦੋਂ ਬਾਡੀ ਹੁੰਦੀ ਆ ਤੇ ਉਹ ਸੈਂਟਰ ਐਕਟ ਹੈਗਾ, ਸੈਂਟਰ ਐਕਟ ਦੀ ਜਿਹੜੀ ਚੇਂਜ ਆ ਬਦਲਾਅ ਆ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੈਜੂਲੇਸ਼ਨ ਪਾਸ ਨਾ ਕਰੇ। ਉਹਨਾਂ ਦੀ ਰਿਕਮੈਂਡੇਸ਼ਨ ਤੇ ਹੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਅਮੈਂਡਮੈਂਟ ਹੋ ਸਕਦੀ, ਉਸ ਤੋਂ ਪਹਿਲਾਂ ਨਹੀਂ ਹੋ ਸਕਦੀ। ਇਹ ਜਿਹੜਾ ਬਿੱਲ ਆ ਇਹ ਗਵਰਨਰ ਨੇ ਮੋਹਰ ਨਹੀਂ ਲਗਾਉਣੀ, ਪਿਆ ਰਹੂਗਾ ਕਾਗਜ਼ਾਂ ਦੇ ਵਿੱਚ। ਪੰਜਾਬ ਸਰਕਾਰ ਫਿਰ ਦੇਖੋ ਇਹ ਵਿਧਾਨ ਉਹਦੇ ਕਾਨੂੰਨ ਉੱਥੇ ਜਾਂਦੀ, ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੀ ਕਿ ਨਹੀਂ ਖੜਕਾਉਂਦੀ। ਲੇਕਿਨ ਇੱਕ ਹਊਆ ਜਿਹਾ ਜਿਹੜਾ ਸਰਕਾਰ ਨੇ ਖੜਾ ਕੀਤਾ ਹੈਗਾ ਉਹ 4 ਦਿਨ ਦੀ ਖੇਡ ਆ, 5ਵੇਂ ਦਿਨ ਲੋਕਾਂ ਨੇ ਚੇਤਾ ਭੁੱਲ ਜਾਣਾ ਕਿ ਵਾਕਈ ਇਹ ਜਿਹੜਾ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਹੈ ਕਾਨੂੰਨੀ ਤੌਰ ਤੇ ਸਰਕਾਰ ਦੀ ਗਲਤ ਕਾਨੂੰਨ ਹੋਈ ਆ। ਇਹ ਲੀਗਲ ਰਾਏ ਪਹਿਲਾਂ ਲੈਣੀ ਚਾਹੀਦੀ ਸੀ ਜਿਹੜੇ ਉਹਨਾਂ ਦੇ ਮਾਹਿਰ ਨੇ। ਔਰ ਦੂਜਾ ਇਹ ਚੰਗੇ ਕੋਈ ਐਡਵੋਕੇਟ ਜਨਰਲ ਅਗੇ ਸਲਾਹ ਦਿੰਦੇ, ਸੈਂਟਰ 1925 ਐਕਟ ਪੜ੍ਹਿਆ ਹੁੰਦਾ ਤੇ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਸੋਧਨਾ ਬਿੱਲ ਲੈ ਕੇ ਉਹ ਲੈ ਕੇ ਨਾ ਆਉਂਦੀ ਹੈਗੀ। ਜੀ, ਇੱਕ ਅਗਲਾ ਮਸਲਾ ਵੀ ਬੜਾ ਅਹਿਮ ਹੈ। ਅੱਜ ਦੇ ਦਿਨ 1975 ਚ ਕਈ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੋਰਚੇ ਵੀ ਬੜੇ ਲੱਗੇ ਤੇ ਐਮਰਜੈਂਸੀ ਲੱਗ ਗਈ। ਉਹ ਕਾਲਾ ਦਿਨ ਵਜੋਂ ਵੀ ਦੇਖਿਆ ਜਾਂਦਾ, ਹੋਰ ਨਾਵਾਂ ਨਾਲ ਵੀ ਉਹਨੂੰ ਯਾਦ ਕੀਤਾ ਜਾਂਦਾ। ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੈ ਉਸ ਨੂੰ ਰਿਲੇਟ ਕਰਕੇ ਹੋਣਾ ਕੀ ਸੀ ਚਾਹੀਦਾ, ਅੱਜ ਦੇ ਦਿਨ ਦੇ ਵਿੱਚ ਕਿਸ ਕਿਸ ਦੀ ਕੀ ਭੂਮਿਕਾ ਬਣਦੀ ਹੈ, ਅੱਜ ਦੇ ਸਿਨੈਰੀਓ ਨੂੰ ਕਿਵੇਂ ਜੋੜਿਆ ਜਾਵੇ? ਸੰਦੀਪ, ਮੈਨੂੰ ਲੱਗਦਾ ਕਿ 75 ਸਾਲ ਹੋ ਗਏ ਆਜ਼ਾਦੀ ਨੂੰ, ਉਹ ਵੀ ਸਾਨੂੰ ਕਾਗਜ਼ਾਂ 'ਚ ਆਜ਼ਾਦੀ ਮਿਲੀ ਹੈ। ਮਤਲਬ ਅੰਗਰੇਜ਼ ਸਾਨੂੰ ਛੱਡ ਕੇ ਉਹ ਆਜ਼ਾਦੀ ਆ ਜਿਹੜੀ ਇੱਕ ਐਵੇਂ ਹੈ ਨਾ, ਅੰਗਰੇਜ਼ ਛੱਡ ਕੇ ਮਤਲਬ ਆਜ਼ਾਦੀ ਨਹੀਂ ਹੈ ਨਾ। ਸਾਨੂੰ 75 ਸਾਲ ਅਸੀਂ ਆਜ਼ਾਦੀ ਦਾ ਨਿੱਘ ਮਾਣਿਆ ਹੈਗਾ ਔਰ ਨਾ ਜਿਹੜੀ 48 ਸਾਲ ਹੋ ਗਏ ਨੇ 1975 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਨਾ ਸਾਨੂੰ ਐਮਰਜੈਂਸੀ ਜੋ ਉਦੋਂ ਸੀ, ਉਦੋਂ ਜਿਹੜੀ ਐਮਰਜੈਂਸੀ ਸੀ ਉਹ ਡਿਕਲੇਅਰਡ ਐਮਰਜੈਂਸੀ ਸੀ, ਕਾਨੂੰਨ ਦੇ ਸਹਾਰੇ ਨਾਲ ਪਾਸ ਕੀਤੀ ਗਈ ਐਮਰਜੈਂਸੀ। ਅੱਜ ਕਿਸੇ ਵੀ ਦੇਸ਼ ਦੇ ਵਿੱਚ ਵੀ ਤੇ ਸਟੇਟਾਂ ਦੇ ਵਿੱਚ ਵੀ ਅਨਡਿਕਲੇਅਰਡ ਐਮਰਜੈਂਸੀ ਆ। ਉਦੋਂ ਵੀ ਇਹ ਧੱਕੇਸ਼ਾਹੀ ਚੱਲਦੀ ਆ, 1975 ਤੋਂ ਲੈ ਕੇ ਹੁਣ ਤੱਕ ਧੱਕੇਸ਼ਾਹੀ ਚੱਲਦੀ ਰਹੀ ਆਮ ਲੋਕਾਂ ਦੇ ਨਾਲ, ਪੋਲੀਟੀਕਲ ਪਾਰਟੀਆਂ ਦੇ ਨਾਲ। ਤੇ ਨਾ ਸਾਨੂੰ 1947 ਦਾ ਜਿਹੜੀ ਆਜ਼ਾਦੀ ਦਾ ਨਿੱਘ ਮੰਨਿਆ ਸੀ। ਅਸੀਂ ਮਾਨਸਿਕ ਤੌਰ ਤੇ ਵੀ ਗੁਲਾਮ ਆ, ਆਰਥਿਕ ਤੌਰ ਤੇ ਵੀ ਗੁਲਾਮ ਆ, ਜਾਤ ਪਾਤ ਦੇ ਬੰਧਨਾਂ ਦੇ ਵਿੱਚ ਅਸੀਂ ਬੱਝੇ ਹੋਏ ਗੁਲਾਮ ਆ। ਮੰਦਰਾਂ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਝਗੜੇ, ਉਹ ਕਾਹਦੀ ਆਜ਼ਾਦੀ? ਐਜੂਕੇਸ਼ਨ ਦੇ ਵਿੱਚ ਸਾਨੂੰ ਆਜ਼ਾਦੀ ਨਹੀਂ ਮਿਲੀ, ਦੁਕਾਨਾਂ ਖੁੱਲ੍ਹ ਗਈਆਂ ਨੇ, ਨਾ ਸਰਕਾਰਾਂ ਦੇ ਮੁੱਢਲੇ ਫੁਰਜ਼ ਸਰਕਾਰਾਂ ਭੁੱਲ ਚੁੱਕੀ ਆ, ਨਾ ਚੰਗੀ ਸਿਹਤ ਸਹੂਲਤਾਂ, ਨਾ ਚੰਗੀ ਸਾਨੂੰ ਐਜੂਕੇਸ਼ਨ। ਕਿੱਥੇ ਅਸੀਂ ਆਜ਼ਾਦ ਹੋਏ ਨੇ? ਤੇ ਜਿਹੜੀ ਐਮਰਜੈਂਸੀ ਅੱਜ 48 ਸਾਲ ਹੋ ਗਏ ਨੇ, ਕੀ ਸਾਨੂੰ ਮਿਲਿਆ ਹੈਗਾ? ਇੰਦਰਾ ਗਾਂਧੀ ਨੇ ਤਾਂ ਮੰਨਿਆ ਕਿ ਉਹਨਾਂ ਨੇ ਜੋ ਕਰਨਾ ਸੀ ਕਾਨੂੰਨੀ ਤੌਰ ਤੇ ਕਰਤਾ। ਕੀ ਇੰਡੀਆ ਦੇ ਵਿੱਚ ਐਮਰਜੈਂਸੀ ਅੱਜ ਨਹੀਂ ਲੱਗੀ ਹੈਗੀ? ਕਿੰਨੇ ਲੋਕ ਬੁੱਧੀਜੀਵੀ ਲੋਕ ਫੜੇ ਗਏ ਨੇ। ਤੁਸੀਂ ਕੁਝ ਬੋਲ ਨਹੀਂ ਸਕਦੇ, ਤੁਸੀਂ ਕੁਝ ਲਿਖ ਨਹੀਂ ਸਕਦੇ। ਮੀਡੀਆ ਤੇ ਵੀ ਅਨਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਆ ਜੀ ਇੰਡੀਆ ਦੇ ਵਿੱਚ। ਅੱਜ ਕੱਲ੍ਹ ਮੀਡੀਆ ਅਦਾਰੇ ਛੱਡੋ, ਕੋਈ ਨਾ ਕੋਈ ਟਵਿੱਟਰ ਹੈਂਡਲ ਆ ਜਿਹੜਾ ਉਹ ਸਸਪੈਂਡ ਹੋ ਜਾਂਦਾ। ਹਾਂ, ਸਰਕਾਰਾਂ ਪੁਲਿਸ ਵਾਲੇ ਇਸੇ ਕੰਮ 'ਚ ਸਰਕਾਰਾਂ ਕਹਿ ਦਿੰਦੀਆਂ ਕਿ ਇਹਦਾ ਟਵਿੱਟਰ ਅਕਾਊਂਟ ਬੰਦ ਕਰਵਾ ਦਿਓ। ਉਹ ਟਵਿੱਟਰ ਅਕਾਊਂਟ ਕੰਪਨੀਆਂ ਉਹਨੂੰ ਪਤਾ ਸਾਡਾ ਇੰਡੀਆ ਦੇ ਵਿੱਚ ਬਿਜ਼ਨਸ ਆ, ਬੰਦ ਹੋ ਜਾਂਦੇ ਹੈਗੇ ਨੇ। ਇਹ ਫਿਰ ਕਾਹਦੀ ਆ? ਮਤਲਬ ਜੋ 48 ਸਾਲ ਪਹਿਲੇ ਸੀ ਉਹ ਹੁਣ ਆ। ਔਰ ਸਭ ਤੋਂ ਵੱਡੀ ਗੱਲ ਕਿ ਇਸ ਐਮਰਜੈਂਸੀ ਦੇ ਵਿੱਚ ਜੇ ਆਪਣੇ ਆਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡਾ, ਅਗਰ ਕਹਿ ਦਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਨਹੀਂ ਹੈ
ਕਿ ਅਸੀਂ ਕਿੱਡਾ ਵੱਡਾ ਕੰਮ ਕੀਤਾ ਸੀ ਐਮਰਜੈਂਸੀ ਦੇ ਵਿੱਚ। ਜਿਹੜੇ ਅੱਜ ਕੱਲ ਬੀਜੇਪੀ ਦੇ ਨਾਡੂ ਖਾਂ ਬਣੇ ਪਏ ਨੇ ਉਹ ਵੀ ਇੰਦਰਾ ਗਾਂਧੀ ਦੇ ਅੱਗੇ ਗੋਡੇ ਟੇਕ ਗਏ ਸੀ, ਸਰੈਂਡਰ ਕਰ ਚੁੱਕੇ ਹੈਗੇ ਸੀ ਵੱਡੇ ਵੱਡੇ ਲੀਡਰ। ਲੇਕਿਨ ਇੱਕੋ ਇੱਕ ਦੇਸ਼ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਗੋਡੇ ਨਹੀਂ ਟੇਕਿਆ ਕਿ ਐਮਰਜੈਂਸੀ ਦਾ ਵਿਰੋਧ ਕੀਤਾ ਗਾ। ਉਸ ਸਮੇਂ ਜਿੰਨੇ ਵੀ ਚਾਹੇ ਵੱਡੇ ਲੀਡਰ, ਚਾਹੇ ਪ੍ਰਕਾਸ਼ ਸਿੰਘ ਬਾਦਲ ਲਾ ਲਓ, ਚਾਹੇ ਲੌਂਗੋਵਾਲ ਸਾਹਿਬ ਲਾ ਲਓ, ਚਾਹੇ ਟੌੜਾ ਸਾਹਿਬ ਲਾ ਲਓ, ਜਿੰਨੇ ਵੀ ਵੱਡੇ ਲੀਡਰ ਸੀ ਇਹਨਾਂ ਨੇ ਗੋਡੇ ਨਹੀਂ ਟੇਕੇ। ਹਾਲਾਂਕਿ ਉਦੋਂ ਕਹਿੰਦੇ ਨੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨਾਲ ਗੱਲ ਕਰ ਲਓ ਜਾਂ ਕਾਂਗਰਸ ਦੇ ਲੀਡਰਾਂ ਨਾਲ ਗੱਲ ਕਰੋ, ਕਹਿ ਰਹੇ ਸੀ ਕਿ ਇੰਦਰਾ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਨਾ ਵਿਰੋਧ ਕਰੋ, ਪੰਜਾਬ ਜੋ ਤੁਹਾਡਾ ਤੁਸੀਂ ਰਾਜ ਕਰੋ, ਜੋ ਮਰਜ਼ੀ ਸਮਝੌਤਾ, ਠੀਕ ਹੈ। ਲੇਕਿਨ ਨਹੀਂ, ਇਹ ਕਿਉਂਕਿ ਜਿਹੜਾ ਅਕਾਲੀ ਦਲ ਆ ਉਹ ਸਿੱਖ ਫਲਸਫੇ ਤੇ ਚੱਲਦਾ ਰਿਹਾ ਕਿ ਨਾ ਅਸੀਂ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ, ਜੋ ਗੁਰੂ ਸਾਹਿਬਾਨ ਦੇ ਫਲਸਫਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਨੇ ਕਦੀ ਆਪਣੇ ਆਪ ਨੂੰ ਦੱਸਿਆ ਨਹੀਂ, ਲੋਕਾਂ ਤੱਕ ਪਹੁੰਚਾਇਆ ਨਹੀਂ ਕਿ ਅਕਾਲੀ ਦਲ ਦੀ ਕਿੰਨੀ ਵੱਡੀ ਦੇਣ ਆ। ਹੁਣ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਬਾਹਰ ਗਏ ਨੇ, ਪਰ ਇਹ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ, ਕਾਲੇ ਦਿਨ, ਕਿ ਅਕਾਲੀ ਦਲ ਇੱਕੋ ਇੱਕ ਦੇਸ਼ ਦੀ ਪਾਰਟੀ ਆ ਜਿਨ੍ਹਾਂ ਨੇ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ। ਔਰ ਨਾ ਦੇਸ਼ ਦੇ ਇਤਿਹਾਸ ਦੇ ਵਿੱਚ, ਨਾ ਅਖਬਾਰਾਂ ਦੇ ਵਿੱਚ, ਨਾ ਮੀਡੀਆ ਦੇ ਵਿੱਚ, ਨਾ ਕਿਸੇ ਪੋਲੀਟੀਕਲ ਪਾਰਟੀ ਨੇ, ਨਾ ਬੀਜੇਪੀ ਨੇ, ਜਾਂ ਹੁਣ ਜਿਹੜੀ ਗਵਰਨਮੈਂਟ ਆਫ ਇੰਡੀਆ 'ਚ ਵੱਡੇ ਵੱਡੇ ਸਟੇਟਮੈਂਟ ਆ ਗਈਆਂ, ਕਿਸੇ ਨੇ ਨਹੀਂ ਜ਼ਿਕਰ ਕੀਤਾ ਕਿ ਇਸ ਐਮਰਜੈਂਸੀ ਦਾ ਜੇ ਵਿਰੋਧ ਹੋਇਆ ਵਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਕਲੇਮ ਨਹੀਂ ਕੀਤਾ ਹੈਗਾ, ਨਾ ਇਤਿਹਾਸ ਦੇ ਵਿੱਚ ਆਇਆ, ਨਾ ਕਿਤਾਬਾਂ ਦੇ ਵਿੱਚ ਆਇਆ ਕਿ ਅਕਾਲੀ ਦਲ ਦਾ ਕਿੱਡਾ ਵੱਡਾ ਰੋਲ ਸੀ, ਕਿੱਡੀ ਵੱਡੀ ਭੂਮਿਕਾ ਸੀ। ਤੇ ਮੈਨੂੰ ਲੱਗਦਾ ਕਿ ਫਿਰ ਇਸੇ ਕਰਕੇ ਤੇ ਅਕਾਲੀ ਦਲ ਦੇ ਮਾੜੇ ਹਾਲ ਨੇ। ਜੇ ਇੱਕ ਅਕਾਲੀ ਦਲ ਅਜਿਹੀ ਪਾਰਟੀ ਸੀ ਜਿਹੜੀ ਵਪਾਰਕ ਰਾਹਾਂ ਤੇ ਤੁਰ ਪਈ, ਕੰਡੇ ਬੀਜ ਲਏ, ਔਰ ਬੀਤੇ ਦਿਨ ਹੀ ਮਾਸਟਰ ਤਾਰਾ ਸਿੰਘ ਹੋਣਾ ਦਾ ਸੀ ਹੈ ਨਾ ਦਿਹਾੜਾ, ਉਹ ਲੋਕ ਆਰਟੀਕਲ ਲਿਖੇ ਗਏ ਨੇ, ਮੈਂ ਮਰਾਂ ਤੇ ਪੰਥ ਜੀਵੇ ਨਾ। ਜਦੋਂ ਤੁਸੀਂ ਐਡੇ ਐਡੇ ਵੱਡੇ ਲੀਡਰਾਂ ਦੇ ਔਰ ਜਿਹੜਾ ਐਮਰਜੈਂਸੀ ਦੇ ਵਿੱਚ ਵੱਡਾ ਰੋਲ ਪਾਇਆ, ਜਦ ਤੁਸੀਂ ਖੁਦ ਹੀ ਆਪਣੇ ਆਪ ਨੂੰ ਆਊਟ ਕਰ ਲਿਆ, ਮਨਫੀ ਕਰ ਲਿਆ ਹੈਗਾ, ਤੇ ਆਉਣ ਵਾਲੇ ਜਿਹੜੇ ਪੰਜਾਬ ਦੀ ਪੀੜ੍ਹੀ ਜਾਂ ਅਕਾਲੀ ਦਲ ਦੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਤੁਹਾਡੇ ਤੇ ਕੀ ਮਾਣ ਕਰੇਗੀ। ਇਸ ਕਰਕੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਇਸ ਮਸਲੇ ਦੇ ਵਿੱਚ ਮਨਫੀ ਕੀਤਾ। ਨਹੀਂ ਤੇ ਦੇਸ਼ ਦੇ ਵਿੱਚ ਐਮਰਜੈਂਸੀ 1975 ਦੇ ਚਾਹੇ ਲੋਕੀ ਕਹਿਣ ਮੈਂ 15 ਮਹੀਨੇ ਕੱਢੇ, 16 ਮਹੀਨੇ ਕੱਢੀ, 17 ਮਹੀਨੇ ਕੱਢੀ, ਜਾਂ ਬੀਜੇਪੀ ਦੇ ਕਲੇਮ ਕਰਨ ਜਿਹੜੇ ਆਪਣੇ ਆਪ ਨੂੰ ਅੱਜ ਕੱਲ੍ਹ ਸਭ ਤੋਂ ਵੱਧ ਰਾਸ਼ਟਰਵਾਦੀ ਮੰਨਦੇ ਹੈਗੇ, ਸਾਡੇ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੈਗਾ, ਸਾਡੇ ਤੋਂ ਵੱਡਾ ਕੋਈ ਕੱਟੜ ਇਮਾਨਦਾਰ ਨਹੀਂ ਹੈਗਾ। ਲੇਕਿਨ ਅਕਾਲੀ ਦਲ ਦੇਖੋ, ਸ਼੍ਰੋਮਣੀ ਅਕਾਲੀ ਦਲ ਐਡੀ ਵੱਡੀ ਐਮਰਜੈਂਸੀ ਦੀ ਲੜਾਈ ਜੇ ਜਿੱਤੀ ਗਈ ਹੋਵੇ, ਉਸ ਤੋਂ ਬਾਅਦ ਪੰਜਾਬ 'ਚ ਵਿਰੋਧ ਹੋਇਆ ਤੇ ਇੱਕ ਦੇਸ਼ ਦੇ ਵਿੱਚ ਉਹ ਜਨਤਾ ਮੂਵਮੈਂਟ ਉੱਠੀ ਹੈਗੀ, ਜੇਪੀ ਮੂਵਮੈਂਟ ਉੱਠੀ ਹੈ, ਜਗਤ ਪ੍ਰਕਾਸ਼ ਮੂਵਮੈਂਟ, ਔਰ ਉਸ ਤੋਂ ਬਾਅਦ ਜਦੋਂ ਉੱਠੀ ਆ ਤੇ ਸਰਕਾਰ ਬਣਦੀ ਹੈਗੀ ਆ, ਚਾਹੀ ਵੱਖਰੀ ਗੱਲ ਹੈ ਕਿ ਥੋੜ੍ਹੇ ਦਿਨ ਚੱਲਦੀ ਹੈਗੀ ਆ, ਲੇਕਿਨ ਇੰਦਰਾ ਗਾਂਧੀ ਦਾ ਹਾਰਨਾ ਆਪਣੇ ਆਪ 'ਚ ਇੱਕ ਵੱਡੀ ਗੱਲ ਆ। ਔਰ ਜਦੋਂ ਉਸ ਸਮੇਂ ਇਹ ਸੀ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਬਾਰੂ ਕਰਕੇ ਸੀ, ਬਾਰੂ ਸਾਹਿਬ ਕਰਕੇ, ਉਹਨਾਂ ਨੇ ਉਦੋਂ ਨਾਅਰਾ ਦਿੱਤਾ ਸੀ ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਪਰ ਉਸ ਤੋਂ ਬਾਅਦ ਇੰਦਰਾ ਗਾਂਧੀ ਵੀ ਹਾਰ ਗਏ, ਔਰ 75 ਦਾ ਜਿਹੜੇ ਇੱਕ ਜੇਪੀ ਮੂਵਮੈਂਟ ਚੱਲੀ ਸੀ ਉਹ ਹਨੇਰੀ ਆ ਗਈ ਸੀ। ਲੇਕਿਨ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ, ਔਰ ਬੜਾ ਅਫਸੋਸਨਾਇਕ ਆ, ਦੁਖਦਾਇਕ ਆ ਕਿ ਅਕਾਲੀ ਦਲ ਉਸ ਰੋਲ ਨੂੰ, ਉਸ ਭੂਮਿਕਾ ਨੂੰ ਲੋਕਾਂ ਤੱਕ ਸਾਬਤ ਨਹੀਂ ਕਰ ਪਾਇਆ। ਅੱਜ ਦਾ ਦਿਨ ਇਹਨਾਂ ਨੂੰ ਚਾਹੀਦਾ ਹਰ ਸਟੇਟ ਦੇ ਵਿੱਚ ਜਾ ਕੇ ਦੱਸ ਦੇ ਕਿ ਜੇ ਐਮਰਜੈਂਸੀ ਦਾ ਵਿਰੋਧ ਹੋਇਆ ਸਿਰਫ ਪੰਜਾਬ ਕਰਕੇ ਹੋਇਆ, ਸ਼੍ਰੋਮਣੀ ਅਕਾਲੀ ਦਲ ਕਰਕੇ ਹੋਇਆ। ਹਾਲਾਂਕਿ ਉਸ ਵਿਰੋਧ ਦੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ। ਇੰਦਰਾ ਗਾਂਧੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਇਸ ਤਰ੍ਹਾਂ ਦਾ ਵੈਰ ਬਣ ਗਿਆ, 36 ਦਾ ਅੰਕੜਾ ਬਣ ਗਿਆ। ਪੰਜਾਬ ਤੇ ਬਾਅਦ ਕਹਿਰ ਝੱਲਣੇ ਪਏ ਪੰਜਾਬ ਨੂੰ, ਚਾਹੇ ਦਰਬਾਰ ਸਾਹਿਬ ਤੇ ਅਟੈਕ, ਚਾਹੇ ਸਿੱਖ ਕਤਲੇਆਮ ਹੋਇਆ, ਉਹ ਇੱਕ ਨੀਂਹ ਵੱਜ ਗਈ ਸੀ, ਕੈੜੀ ਅੱਖ ਹੋਣੀ ਸ਼ੁਰੂ ਹੋ ਗਈ ਸੈਂਟਰ ਸਰਕਾਰ। ਤੇ ਮੈਨੂੰ ਲੱਗਦਾ ਜਿਵੇਂ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ, ਹਿੰਦੁਸਤਾਨ ਦੇ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ, ਕਿਸਾਨੀ ਅੰਦੋਲਨ ਜਿਹੜੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਚੱਲਿਆ 15 ਮਹੀਨੇ, ਜਿਵੇਂ 75 ਤੋਂ ਲੈ ਕੇ ਪੰਜਾਬ ਦਾ ਹੁਣ ਤੱਕ ਨੁਕਸਾਨ ਹੁੰਦਾ ਰਿਹਾ, ਆਉਣ ਵਾਲੇ ਸਮੇਂ 'ਚ ਭਾਵੇਂ ਉਹ ਵਾਲਾ ਐਪੀਸੋਡ ਭੁੱਲਿਆ ਜਾਵੇ ਕਿ ਉਸ ਸਮੇਂ 75 ਦੀ ਕਾਂਗਰਸ ਸਰਕਾਰ ਜਿਹੜਾ ਵਿਰੋਧ ਕੀਤਾ ਪੰਜਾਬ ਦੇ ਲੋਕਾਂ ਨੇ ਐਮਰਜੈਂਸੀ ਦਾ, ਕਿੰਨਾ ਕੁਝ ਬਾਅਦ ਭੁਗਤਣਾ ਪਿਆ। ਤੇ ਜਿਹੜਾ 2019 'ਚ ਖੇਤੀਬਾੜੀ ਨੂੰ ਲੈ ਕੇ ਕਾਨੂੰਨ ਆਏ, ਇਹ ਵੀ ਬੀਜੇਪੀ ਵਾਲੇ ਕਿਤੇ ਨਾ ਕਿਤੇ, ਜਾਂ ਸੈਂਟਰ 'ਚ ਜਿਹੜਾ ਐਂਟੀ ਪੰਜਾਬ ਲੌਬੀ ਬੈਠੀ ਹੈਗੀ ਆ, ਪੰਜਾਬ ਨੂੰ ਫਿਰ ਭੁਗਤਣਾ ਪਊਗਾ। ਰੁਕਣੇ ਸ਼ੁਰੂ ਹੋ ਗਏ ਨਾ, ਰੂਰਲ ਡਿਵੈਲਪਮੈਂਟ ਫੰਡ ਰੁਕਣੇ ਸ਼ੁਰੂ ਹੋ ਗਏ, ਕੱਟ ਲੱਗਣੇ ਆ, ਕਿਤੇ ਨਾ ਕਿਤੇ ਪੰਜਾਬ ਨੂੰ ਆਰਥਿਕ ਤੌਰ 'ਤੇ ਨੁਕਸਾਨ ਹੋਇਆ, ਜਿਸਮਾਨੀ, ਜਾਨੀ ਵੀ ਔਰ ਮਾਲੀ ਵੀ ਨੁਕਸਾਨ ਹੋਏਗਾ। ਔਰ ਇਹ ਜਿਹੜਾ ਐਪੀਸੋਡ ਆ 75 ਜਿਹੜਾ ਅੱਜ 48 ਵਰੇ ਕਾਂਗਰਸ ਪਾਰਟੀ ਨੂੰ ਲੋਕੀ ਨਿੰਦ ਰਹੇ ਨੇ
ਕਿ ਉਹ ਇੰਦਰਾ ਗਾਂਧੀ ਨੇ ਗਲਤ ਕੀਤਾ, ਐਮਰਜੈਂਸੀ ਦਾ ਉਹ ਕੀਤਾ। ਹਿੰਦੁਸਤਾਨ ਦੇ ਵਿੱਚ ਨਾ ਲੋਕਾਂ ਨੂੰ ਆਜ਼ਾਦੀ ਮਿਲੀ ਆ, ਨਾ ਮੈਨੂੰ ਲੱਗਦਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੇ ਜੋ ਸੁਪਨੇ ਲਏ ਸੀ ਉਹ ਵੀ ਕਹਿੰਦੇ ਨੇ ਕਿ ਕਾਹਦੀ ਅਸੀਂ ਆਜ਼ਾਦੀ, ਕਾਹਦੀਆਂ ਅਸੀਂ ਕੁਰਬਾਨੀਆਂ ਕੀਤੀਆਂ, ਦੇਸ਼ ਤੇ ਫਿਰ ਗੁਲਾਮ ਆ, ਆਮ ਲੋਕ ਤੇ ਫਿਰ ਗੁਲਾਮ ਆ, ਜੰਜੀਰਾਂ 'ਚ ਬੱਝੇ ਹੋਏ ਨੇ। ਤੇ ਉਹ ਜਿਹੜੀ 75 ਵਾਲੀ ਐਮਰਜੈਂਸੀ ਲਾ ਲਓ ਜਾਂ 2014 ਤੋਂ ਬਾਅਦ ਜਿਹੜੀ ਸਟੇਟਾਂ ਦੇ ਵਿੱਚ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ, ਉਹਦੇ 'ਚ ਕੋਈ ਫਰਕ ਨਹੀਂ ਆ। ਉਹ ਰਿਟਨ ਦੇ ਤੌਰ ਤੇ ਸੀ, ਉਹ ਕਾਨੂੰਨ ਦਾ ਸਹਾਰਾ ਲਿਆ ਸੀ। ਇਹ ਚੁੱਪ ਚਪੀਤੇ ਅਨਡਿਕਲੇਅਰਡ ਐਮਰਜੈਂਸੀ ਲੱਗੀ ਆ, ਕੋਈ ਫਰਕ ਨਹੀਂ ਹੈਗਾ ਦੇਸ਼ ਦੇ ਅੰਦਰ ਜੀ। ਇੱਕ ਪੰਜਾਬ ਦਾ ਬੜਾ ਅਹਿਮ ਮਸਲਾ ਹੈ ਕਿ ਪਿਛਲੇ ਦਿਨਾਂ 'ਚ ਇੱਥੋਂ ਤੱਕ ਪੰਜਾਬ ਬੰਦ ਤੱਕ ਦੀਆਂ ਕਾਲਾਂ ਦਿੱਤੀਆਂ, ਬੇਸ਼ੱਕ ਬਾਅਦ ਸਰਕਾਰ ਨਾਲ ਸਹਿਮਤੀ ਬਣੀ ਕਿ ਕਾਰਵਾਈ ਕਰਾਂਗੇ। SC ST ਸਰਟੀਫਿਕੇਟ ਜਾਲੀ ਬਣੇ ਤੇ ਹੁਣ ਨਵੇਂ ਮਸਲੇ ਉੱਠਣ ਲੱਗੇ ਨੇ। ਸ਼ਿਕਾਇਤਾਂ ਆ ਗਈਆਂ ਕਿ ਅੰਗਹੀਣਾਂ ਦੇ ਵੀ ਜਾਲੀ ਸਰਟੀਫਿਕੇਟ ਬਣਾ ਕੇ ਉਹਨਾਂ ਦੇ ਹੱਕ ਮਾਰੇ ਜਾ ਰਹੇ ਆ ਤੇ ਆਪ ਲਾਭ ਲਏ ਜਾ ਰਹੇ ਆ। ਇਹਦੇ ਇੰਨੀ ਬੇਸ਼ਰਮੀ ਵਾਲੀ ਹੈ ਕਾਰਵਾਈ ਕਿ SC ਸਰਟੀਫਿਕੇਟ ਬਣਾ ਕੇ ਉਹ ਪੰਜਾਬ ਦੇ ਵਿੱਚ ਜਾਤਾਂ ਦੇ ਸਰਟੀਫਿਕੇਟ ਬਣਾਏਗੇ ਜਿਹੜੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਨਹੀਂ ਆ, ਸਿਰਕੀ ਬੰਦ ਜਾਂ ਹੋਰ ਜਿਹੜੀਆਂ ਸੁਨਾਲ ਜਾਤੀਆਂ, ਉਹ ਯੂਪੀ ਬਿਹਾਰ ਰਾਜਸਥਾਨ ਦੀਆਂ ਜਾਤਾਂ ਨੇ, ਬਰਾਦਰੀਆਂ ਨੇ, ਪੰਜਾਬ 'ਚ ਨਹੀਂ ਆ। ਉਹ ਸਰਟੀਫਿਕੇਟ ਬਣਾਏ। ਹੁਣ ਉਹ ਅੰਮ੍ਰਿਤ ਮਾਨ ਕਿਉਂਕਿ ਪੰਜਾਬੀ ਦੇ ਇੱਕ ਨਾਮੀ ਸਿੰਗਰ ਸੀ, ਉਹਦੇ ਕਰਕੇ ਇੱਕ ਹਵਾ ਬਣ ਗਈ। ਹਾਲਾਂਕਿ ਅੰਮ੍ਰਿਤ ਮਾਨ ਦਾ ਕਿ ਕਸੂਰ, ਉਹ ਆਪਣੇ ਬਾਪੂ ਤੇ ਕਸੂਰ ਕੱਢਦਾ ਨਾ ਕਿ ਤੂੰ ਇਹਦੇ ਨਾਲੋਂ ਤੇ ਆਪਣੀ ਜ਼ਮੀਨ ਹੀ ਵਾਈ ਜਾਂਦੇ ਜਾਂ ਹੋਰ ਕੋਈ ਕੰਮ ਕਰ ਲੈਂਦੇ ਹੈਗੇ, ਕਿਉਂਕਿ ਉਹਦੇ ਬਾਪੂ ਦੀ ਘੱਟ ਹੋ ਰਹੀ ਹੈ ਜਵਾਬ ਵੀ ਅੰਮ੍ਰਿਤ ਮਾਨ ਦੀ ਜ਼ਿਆਦਾ ਲੋਕਾਂ ਨੇ ਮੀਮਸ ਬਣਾਤੇ ਹੈਗੇ। ਉਹ ਜਿਹੜਾ ਉੱਠਿਆ SC ਸਰਟੀਫਿਕੇਟ ਬਣਾਉਣ ਦਾ, ਉਹ ਜੇ ਚੱਲ ਰਿਹਾ ਹਜੇ 22 ਕੀ 23 ਸਰਟੀਫਿਕੇਟ ਰੱਦ ਕੀਤੇ ਸਰਕਾਰ ਨੇ। ਲੇਕਿਨ ਲੋਕਾਂ ਦੇ ਕਮੀਨਪੁਣਾ ਦੇਖੋ ਕਿ ਨੌਕਰੀ ਦੀ ਖਾਤਰ ਗੂੰਗੇ, ਅੱਧੇ ਬੋਲੇ, ਪੂਰੇ ਬੋਲੇ, ਅੱਧੇ ਲੰਗੜੇ ਬਣ ਗਏ ਹੈਗੇ। ਔਰ ਵਿਚਾਰੇ ਜਿਹੜੇ ਕੁਦਰਤ ਦੇ ਮਾਰੇ ਹੋਏ ਲੋਕ ਨੇ, ਜਿਨ੍ਹਾਂ ਨੂੰ ਆਪਾਂ ਅੰਗਹੀਣ ਕਹਿੰਦੇ ਆ, ਲਤਾੜੇ ਹੋਏ ਲੋਕ, ਲਚਾਰੇ ਹੋਏ ਲੋਕ, ਉਹਨਾਂ ਦਾ ਵੀ ਹੱਕ ਖਾ ਕੇ, ਇਸ ਤੋਂ ਵੱਡਾ ਕਮੀਨਪੁਣਾ ਜਾਂ ਬੇਸ਼ਰਮੀ ਦੀ ਹੱਦ ਜਿਹੜੇ ਕਹਿ ਸਕਦੇ ਕਿ ਮਾਨਸਿਕ ਤੌਰ ਤੇ ਅੰਗਹੀਣ ਲੋਕਾਂ ਨੂੰ ਕਹਿ ਸਕਦੇ ਕਿ ਕਿਵੇਂ ਲੋਕਾਂ ਦਾ ਯਾਰ ਹੱਕ ਮਾਰ ਲਿਆ। ਕੋਈ ਕਾਨੂੰਗੋ ਭਰਤੀ ਹੋ ਗਿਆ, ਕੋਈ JEE ਭਰਤੀ ਹੋ ਗਿਆ, ਕੋਈ ਸੁਪਰਡੈਂਟ ਭਰਤੀ ਹੋ ਗਿਆ, ਕੋਈ ਦੂਜਾ ਵੱਖ-ਵੱਖ ਮਹਿਕਮੇ 'ਚ ਭਰਤੀ ਹੋ ਗਏ। ਇਹ ਦੇਖੋ ਸਰਕਾਰ ਨੂੰ ਚਾਹੀਦਾ ਇਹ ਜਿਹੇ ਲੋਕਾਂ ਨੂੰ ਸਾਰਿਆਂ ਨੂੰ ਫੜ ਲੈਣਾ ਚਾਹੀਦਾ ਯਾਰ। ਘੱਟੋ ਘੱਟ ਅੰਗਹੀਣਾਂ ਨੂੰ ਤਾਂ ਬਖਸ਼ ਦਿਓ। ਮੰਨਿਆ ਕਿ ਠੀਕ ਆ ਕਿ ਇੱਕ ਰੌਲਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਚੱਲ ਰਿਹਾ ਹੈਗਾ ਕਿ ਜਿਹੜੀ ਰਿਜ਼ਰਵੇਸ਼ਨ ਆ ਆਰਥਿਕ ਤੌਰ ਤੇ ਲਾਗੂ ਕਰ ਦੇਣੀ ਚਾਹੀਦੀ ਹੈਗੀ ਹੈ। ਹੋ ਸਕਦਾ ਕਿ ਜਿਹੜੇ ਲੋਕਾਂ ਨੇ ਨੌਕਰੀਆਂ ਲਈਆਂ ਨੇ ਸਰਟੀਫਿਕੇਟ ਬਣਾ ਕੇ ਕਿ ਇੱਕ ਬੰਦਾ ਜਿਹੜਾ ਜਨਰਲ ਕੈਟਾਗਰੀ ਆ ਉਹਨੂੰ 100 ਚੋਂ 70 ਚਾਹੀਦੇ ਆ, ਇੱਕ ਜਿਹੜਾ SC ਭਾਈ ਉਹ 100 ਚੋਂ 20 ਵੀ ਆ ਜੇ, ਉਹ ਨੌਕਰੀ ਦਾ ਹੱਕਦਾਰ ਜਾਂ ਟੈਸਟ ਦੇ ਵਿੱਚ ਉਹਨੂੰ ਸੀਟ ਮਿਲ ਜਾਂਦੀ। ਆਪਾਂ ਉੱਥੇ ਕਹਿੰਦੇ ਕਿ ਕੋਈ ਇਸ ਲੈਵਲ ਤੇ ਆ ਕੇ ਕਹਿੰਦਾ ਚਲੋ ਮੈਂ ਬਣਾ ਲਿਆ ਨੌਕਰੀ, ਕਹਿੰਦਾ ਹਰ ਇੱਕ ਨੂੰ ਨੌਕਰੀ ਚਾਹੀਦੀ ਆ। ਉਧਰ ਹੀ ਮਜਬੂਰੀ ਦਿਖਦੀ ਹੈਗੀ ਬੰਦੇ। ਆਹ ਜਿਹੜੀ ਮਜਬੂਰੀ ਹੈ ਕਿ ਤੁਸੀਂ ਅੰਗਹੀਣ ਦਾ ਹੀ ਕੋਟਾ ਖਾ ਲਓ ਯਾਰ। ਆਰਥਿਕ ਤੌਰ ਤੇ ਚਾਹੀਦਾ ਗੌਰਮੈਂਟ ਆਫ ਇੰਡੀਆ ਨੂੰ ਜਾਂ ਸਾਰਿਆਂ ਨੂੰ ਕਿ ਹੁਣ ਉਹ ਵੇਲਾ ਆ ਗਿਆ ਜਦੋਂ ਪਹਿਲਾਂ ਕਹਿੰਦੇ 10 ਸਾਲ, ਫਿਰ 20 ਸਾਲ, ਫਿਰ 30 ਸਾਲ, ਫਿਰ 40 ਸਾਲ, 70 ਸਾਲ ਹੀ ਹੋ ਗਏ ਨਾ ਜੀ। ਉਹਦੇ 'ਚ ਵੀ ਇੱਕ ਕ੍ਰੀਮੀ ਲੇਅਰ ਆ ਗਈ। ਉਹ ਕ੍ਰੀਮੀ ਲੇਅਰ ਜਿਹੜੀ SC ਭਾਈਚਾਰੇ ਦੀ ਆ, ਉਹ ਪਿੰਡਾਂ 'ਚ ਵੱਸਦੇ, ਵਿਹੜਿਆਂ 'ਚ ਜਾਂ ਮਹੱਲਿਆਂ 'ਚ ਵੱਸਦੇ ਲੋਕਾਂ ਦਾ ਹੱਕ ਖਾਈ ਜਾ ਰਹੇ। ਜਿਹਦੇ ਘਰ ਇੱਕ ਵਾਰ IAS ਅਫਸਰ ਬਣ ਗਿਆ, ਉਹਨਾਂ ਦੇ ਘਰਾਂ 'ਚ 8-8 IAS ਅਫਸਰ ਹੋ ਗਏ। ਜਿਹਦੇ ਘਰ ਇੱਕ DSP ਭਰਤੀ ਹੋ ਗਿਆ, ਉਹਦੇ ਘਰ 4-4 DSP ਹੋ ਗਏ ਨੇ, ਇੰਸਪੈਕਟਰ ਹੋ ਗਏ ਨੇ। ਪਿੰਡਾਂ ਵਾਲੇ ਵਿਚਾਰਾ SC ਭਾਈਚਾਰਾ ਉੱਥੇ ਰਹਿ ਗਿਆ। ਹੁਣ ਆਹ ਜਿਹੜੇ ਲੱਗੇ ਨੇ OSD ਲੱਗੇ, ਕਈ ਮੰਤਰੀਆਂ ਦੇ ਦੋ ਵਾਰ OSD ਲੱਗੇ ਰਹੇ ਨੇ। ਜਿਹੜਾ ਕਾਨੂੰਗੋ ਜਿਹੜਾ ਪਟਵਾਰੀ ਭਰਤੀ ਹੋਇਆ ਉਹ ਕਾਨੂੰਗੋ ਬਣ ਗਿਆ, ਕਾਨੂੰਗੋ ਜਿਹੜਾ ਤਹਿਸੀਲਦਾਰ ਭਰਤੀ ਹੋ ਗਿਆ। ਤੇ ਮੈਨੂੰ ਲੱਗਦਾ ਇਸ ਮਸਲੇ 'ਚ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ। ਇਹ ਜਿਹੜੇ ਮਸਲੇ ਚਾਹੇ SC ਸਰਟੀਫਿਕੇਟ ਆ ਜਾਂ ਅੰਗਹੀਣ ਸਰਟੀਫਿਕੇਟ ਹੈਗੇ ਨੇ, ਇਹਨਾਂ ਦੀ ਇੱਕ ਫਾਸਟ ਟਰੈਕ ਕੋਰਟ ਹਾਈ ਕੋਰਟ ਨੂੰ ਲਿਖਣਾ ਚਾਹੀਦਾ ਹੈਗਾ। ਟਾਈਮ ਬਾਉਂਡ ਇਹਦੀ ਇਨਕੁਆਇਰੀ ਹੋਣੀ ਚਾਹੀਦਾ। ਘੱਟੋ ਘੱਟ ਪੰਜਾਬ ਸਰਕਾਰ ਨੂੰ ਚਾਹੀਦਾ ਜੇ ਕੋਈ ਡਿਪਾਰਟਮੈਂਟ ਦੇ ਲੋਕ ਮਿਲੇ ਹੋਏ ਨੇ ਉਹਨਾਂ ਕਰਕੇ ਜਾਲੀ ਸਰਟੀਫਿਕੇਟ ਬਣੇ, ਫਰਜ਼ੀ ਸਰਟੀਫਿਕੇਟ ਬਣੇ ਨੇ, ਇੱਕ ਘੱਟੋ ਘੱਟ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਟਾਈਮ ਬਾਉਂਡ 1 ਮਹੀਨਾ ਜਾਂ ਤਾਂ ਇੱਕ SIT ਬਣਾ ਦੇਣ ਜਾਂ ਇੱਕ ਕਮਿਸ਼ਨ ਬਣਾ ਦੇਣ। ਟਾਈਮ ਬਾਉਂਡ ਇਨਕੁਆਇਰੀ ਕਰਵਾ ਕੇ ਤੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰ ਦੇਣੇ ਚਾਹੀਦੇ ਨੇ। ਤੇ ਜਿੰਨੀ ਰਿਕਵਰੀ ਆ, ਹਾਲਾਂਕਿ ਕਾਨੂੰਨ ਦੇ ਵਿੱਚ ਕਹਿੰਦੇ ਰਿਕਵਰੀ ਹੈ ਨਹੀਂ, ਪਰ ਜਿਹੜੇ ਲੋਕੀ ਰਿਟਾਇਰਡ ਹੋਏ ਉਹਨਾਂ ਦੀ ਪੈਨਸ਼ਨ ਤੇ ਰੋਕੀ ਜਾ ਸਕਦੀ ਹੈਗੀ ਨਾ, ਸਜ਼ਾ ਮਿਲਣੀ ਚਾਹੀਦੀ ਹੈਗੀ ਹੈ, ਧੋਖਾਧੜੀ ਮਿਲਣੀ ਚਾਹੀਦੀ ਹੈਗੀ ਹੈ। ਇਸ ਮਸਲੇ ਤੇ ਇਹ ਜਿਹੜੇ ਸਰਕਾਰ ਨੂੰ ਚਾਹੀਦਾ। ਵੈਸੇ ਜਿਹੜੇ 24 ਕੀ ਲੋਕਾਂ ਦੇ ਇਹਨਾਂ ਨੇ ਸਰਟੀਫਿਕੇਟ ਰੱਦ ਕੀਤੇ, ਚੰਗੀ ਗੱਲ ਆ, ਬੜਾ ਵਧੀਆ। ਪਿਛਲੀਆਂ ਵੈਸੇ ਤੇ ਇਹ ਸਰਕਾਰ ਦਾ ਕੋਈ ਕਸੂਰ ਨਹੀਂ, ਕਿਉਂਕਿ ਲੋਕਾਂ ਨੇ ਕਿਨੇ 30 ਸਾਲ, ਕਿਨੇ 20 ਸਾਲ, ਕਿਨੇ 15 ਸਾਲ ਪਹਿਲਾਂ ਸਰਟੀਫਿਕੇਟ ਬਣਾਏ, ਪਰ ਜਿਨ੍ਹਾਂ ਲੋਕਾਂ ਨੇ ਬਣਾਏ ਨੇ ਉਹਨਾਂ ਨੂੰ ਭਾਵੇਂ ਮਾਫ ਕਰ ਦਿਓ,
ਪਰ ਜਿਹੜੇ ਲੋਕਾਂ ਨੇ ਬਣਵਾਏ ਨੇ ਸਰਕਾਰੀ ਅਧਿਕਾਰੀਆਂ ਨੇ ਜਾਂ ਜਿਹੜੇ ਡਾਕਟਰ ਨੇ ਜਿਨ੍ਹਾਂ ਨੇ 1% ਬੰਦਾ ਹੈਂਡੀਕੈਪਡ ਨਹੀਂ ਉਹਨੂੰ ਤੁਸੀਂ 60% ਦੱਸਤਾ ਕਿ ਉਹ ਬੋਲਾ, ਜਾਂ ਜਿਹੜਾ ਲੰਗੜਾ ਥੋੜਾ ਹੈ ਉਹਨੂੰ ਤੁਸੀਂ 40% ਦੱਸਤਾ ਲੰਗੜਾ, ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ। ਇਹਨਾਂ ਦੇ ਤਾਂ ਹੋਣੀ ਚਾਹੀਦੀ ਹੈ। ਜਿਹੜੇ ਸਰਕਾਰੀ ਅਧਿਕਾਰੀ ਮਿਲੇ ਹੋਏ ਨੇ ਜਿਨ੍ਹਾਂ ਕਰਕੇ ਸਰਟੀਫਿਕੇਟ ਬਣੇ ਨੇ ਉਹਨਾਂ ਨੂੰ ਵੀ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਇਹਨਾਂ ਦੇ ਜੁਰਮ ਕੀਤਾ ਹੈਗਾ, ਜੁਰਮ ਦਾ ਸਾਥ ਦੇਣ ਵਾਲੇ ਵੀ ਜੁਰਮੀ ਹੁੰਦੇ ਨੇ। ਇਸ ਕਰਕੇ ਜਿਹੜੇ ਲੋਕਾਂ ਨੇ ਅੰਗਹੀਨ ਲੋਕਾਂ ਦਾ ਕੋਟਾ ਖਾ ਲਿਆ ਉਹ ਤੇ ਰੱਬ ਵੀ ਉਹਨਾਂ ਨੂੰ ਮਾਫ ਨਹੀਂ ਕਰੂਗਾ। ਸਰਕਾਰਾਂ ਭਾਵੇਂ ਮਾਫ ਕਰ ਦੇਣ ਲੇਕਿਨ ਉਹਨਾਂ ਦੇ ਜਿਹੜੇ ਧੀਆਂ ਪੁੱਤ ਉਹ ਨਹੀਂ ਮਾਫ ਕਰਨਗੇ ਕਿ ਤੁਸੀਂ ਕਿਸੇ ਦਾ ਹੱਕ ਖਾ ਲਿਆ, ਕਿਸੇ ਵਿਚਾਰੇ ਬੋਲੇ ਦਾ ਹੱਕ ਖਾ ਲਿਆ, ਕਿਸੇ ਵਿਚਾਰੇ ਲੱਤੋਂ ਕੋਈ ਲੰਗਾ ਹੋਊਗਾ ਜਾਂ ਬਾਹੋਂ ਕੋਈ ਵਿਚਾਰਾ ਹੋਊਗਾ ਤੁਸੀਂ ਉਹਦਾ ਹੱਕ ਖਾ ਲਿਆ। ਤੇ ਕੀ ਜਿਹੜੇ ਲੋਕੀ ਅੱਜ ਨੌਕਰੀ ਕਰ ਰਹੇ ਨੇ ਅੰਗਹੀਨ ਬਣ ਕੇ ਜਾਂ ਬੋਲੇ ਬਣ ਕੇ, ਕੀ ਉਹ ਆਪਣੇ ਨਾਲ ਨਜ਼ਰਾਂ ਮਿਲਾਉਣ ਜੋਗੇ ਹੈਗੇ ਨੇ? ਹੁਣ ਮੈਨੂੰ ਲੱਗਦਾ ਅੰਮ੍ਰਿਤ ਮਾਨ ਆਪਣੇ ਬਾਪੂ ਨਾਲ ਨਹੀਂ ਨਜ਼ਰਾਂ ਮਿਲਾਉਂਦਾ ਹੋਊਗਾ ਕਿ ਜਿੰਨਾ ਅੰਮ੍ਰਿਤ ਮਾਨ ਵਿਚਾਰਾ ਬਦਨਾਮ ਹੋ ਗਿਆ। ਤੇ ਆਹ ਜਿਹੜੇ ਜਿਨ੍ਹਾਂ ਲੋਕਾਂ ਨੇ ਅੰਗਹੀਨ ਲੋਕਾਂ ਦੇ ਕੋਟਾ ਖਾ ਲਿਆ, ਹੱਟੇ ਕੱਟੇ ਲੋਕ ਜਿਹੜੇ ਬੰਦੇ ਤਗੜੇ ਜੁੱਸੇ ਤਗੜੇ ਹੈਗੇ ਉਹ ਅੰਗਹੀਨ ਬਣ ਕੇ ਕੋਟਾ ਖਾ ਲਿਆ, ਤੇ ਕੀ ਉਹ ਆਪਣੇ ਟੱਬਰ ਨਾਲ ਆਪਣੇ ਬੱਚਿਆਂ ਨਾਲ ਧੀਆਂ ਦੇ ਨਾਲ ਅੱਖਾਂ 'ਚ ਅੱਖਾਂ ਮਿਲਾਉਣ ਜੋਗੇ ਹੈ? ਔਰ ਜਦੋਂ ਹੁਣ ਇਹਨਾਂ ਦੇ ਨਾਮ ਡਿਕਲੇਅਰ ਹੋ ਗਏ ਨੇ, ਘੋਸ਼ਿਤ ਹੋ ਗਏ ਨੇ ਕਿ ਫਲਾਣੇ ਬੰਦੇ ਨੇ ਇਹ ਫਰਜ਼ੀ ਸਰਟੀਫਿਕੇਟ ਬਣਾਇਆ, ਕਿ ਉਹ ਪਿੰਡ ਦੇ ਵਿੱਚ ਨਜ਼ਰਾਂ ਮਿਲਾਉਣ ਜੋਗਾ ਹੋ ਗਿਆ ਜਾਂ ਸਮਾਜ ਦੇ ਵਿੱਚ ਜਾਂ ਉਹ ਦਫ਼ਤਰ ਜਾਣ ਜੋਗਾ ਹੋ ਗਿਆ? ਤੇ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੈ, ਕਮੀਨਪੁਣਾ ਹੈਗਾ। ਤੇ ਜਿਹੇ ਅਫਸਰਾਂ ਨੂੰ ਤੁਰੰਤ ਸਰਕਾਰ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈਗਾ। ਜੀ ਬਹੁਤ ਸ਼ੁਕਰੀਆ। ਧੰਨਵਾਦ। ਪ੍ਰੋਗਰਾਮ 16 ਨੇ ਸੱਚ ਵਿੱਚ 2-3 ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ, ਗੱਲਬਾਤ ਕੀਤੀ ਹੈ। ਤੁਸੀਂ ਕੀ ਸੋਚਦੇ ਸਮਝਦੇ ਹੋ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਫਿਲਹਾਲ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।